ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ। ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਘੋੜੇ ਆਦਮੀ ਗੋਲਿਆਂ ਨਾਲ ਡਿੱਗਣ, ਹਾਥੀ ਟਹਿੰਦੇ ਸਣੇ ਅੰਬਾਰੀਆਂ ਨੀ। ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਸਤਿੰਦਰ ਸਿੰਘ ਪਰਹਾਰ। ਅੱਜ ਜੋ ਇਤਿਹਾਸ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨ ਲੈ ਕੇ ਆਇਆ ਹਾਂ, ਉਹ ਇਤਿਹਾਸ ਹੈ ਜਿਸ ਇਤਿਹਾਸ ਨੇ ਸਿੱਖ ਰਾਜ ਖਤਮ ਕਰ ਦਿੱਤਾ। ਅਗਰ ਇਤਿਹਾਸ ਨੂੰ ਚੰਗੀ ਤਰ੍ਹਾਂ ਪੜਚੋਲੀਏ, ਇਹਦੇ ਅੰਦਰ ਝਾਤ ਮਾਰੀਏ, ਜੋ ਸਿੱਖ ਇਤਿਹਾਸ ਜੋ ਗੁਰੂ ਨਾਨਕ ਪਾਤਸ਼ਾਹ ਤੋਂ ਸ਼ੁਰੂ ਹੋਇਆ, ਗੁਰੂ ਹਰਗੋਬਿੰਦ ਸਾਹਿਬ ਤੇ ਫੌਜ ਬਣੀ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲੜਾਈਆਂ ਲੜੀਆਂ, ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ, ਪਹਿਲਾ ਸਿੱਖ ਰਾਜ ਕਾਇਮ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦੇ ਪਤਨ ਤੋਂ ਬਾਅਦ ਦੇ ਵਿੱਚ ਸਿੱਖ ਮਿਸਲਾਂ ਬਣੀਆਂ। ਸਿੱਖ ਮਿਸਲਾਂ ਦੇ ਵਿੱਚੋਂ ਪੰਜਾਬ ਅੰਗਰੇਜ਼ਾਂ ਦੇ ਆਉਣ ਦੇ ਨਾਲ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਇੱਕ ਸਤਲੁਜ ਤੋਂ ਲਾਹੌਰ ਵੱਲ ਦਾ ਪਾਸਾ ਤੇ ਦੂਜਾ ਸਤਲੁਜ ਤੋਂ ਦਿੱਲੀ ਵੱਲ ਦਾ ਪਾਸਾ। 12 ਮਿਸਲਾਂ ਦੇ ਵਿੱਚੋਂ ਜਿਹੜੀ ਸ਼ੁਕਰ ਚੱਕਿਆ ਮਿਸਲ ਤੁਸੀਂ ਸਾਰੇ ਜਾਣਦੇ ਆ ਕਿ ਉਹ ਮਹਾਰਾਜਾ ਰਣਜੀਤ ਸਿੰਘ ਦੇ ਵਡੇਰਿਆਂ ਨੇ ਬਣਾਈ ਸੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੱਸ ਸਦਾ ਕੌਰ ਦੇ ਨਾਲ ਰਲ ਕੇ ਜੋ ਜਿੱਤਾਂ ਜਿੱਤੀਆਂ, ਬਾਕੀ ਮਿਸਲਾਂ ਨੂੰ ਵੀ ਆਪਣੇ ਨਾਲ ਮਿਲਾਇਆ। ਜੋ ਇਹ ਲਾਹੌਰ ਵਾਲਾ ਪੰਜਾਬ ਸੀ, ਇਹਨੂੰ ਮਜ਼ਬੂਤ ਕੀਤਾ, ਜਿਸ ਨੂੰ ਖਾਲਸਾ ਰਾਜ ਕਿਹਾ ਜਾਂਦਾ, ਜਾਂ ਅਸੀਂ ਸਿੱਖ ਰਾਜ ਵੀ ਕਹਿੰਦੇ ਆ। ਮਹਾਰਾਜਾ ਰਣਜੀਤ ਸਿੰਘ ਤੱਕ ਜਾਂ ਉਹਦੇ ਜੋ ਉੱਤਰਾਧਿਕਾਰੀ ਸਨ ਮਹਾਰਾਜਾ ਸ਼ੇਰ ਸਿੰਘ ਤੱਕ ਸਿੱਖਾਂ ਨੇ ਕਦੀ ਵੀ ਕੋਈ ਜੰਗ ਨਹੀਂ ਸੀ ਹਾਰੀ, ਚਾਹੇ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਟਾਈਮ ਤੇ ਹੋਵੇ, ਚਾਹੇ ਉਹ ਗੁਰੂ ਗੋਬਿੰਦ ਸਿੰਘ ਦੇ ਟਾਈਮ ਤੇ ਹੋਵੇ, ਜਾਂ ਬਾਅਦ ਦੇ ਵਿੱਚ ਜਾਂ ਅਬਦਾਲੀ ਦੇ ਨਾਲ ਲੜਾਈ ਹੋਵੇ। ਬੇਸ਼ੱਕ ਇਹਨਾਂ ਦੀਆਂ ਸ਼ਹੀਦੀਆਂ ਹੋ ਗਈਆਂ, ਪਰ ਕੋਈ ਜੰਗ ਨਹੀਂ ਹਾਰੀ। ਬੇਸ਼ੱਕ ਲੜਾਈ ਦੇ ਮੈਦਾਨ ਦੇ ਵਿੱਚ ਸਾਰੇ ਦੇ ਸਾਰੇ ਸ਼ਹੀਦ ਹੋ ਗਏ। ਤੇ ਹੁਣ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਇੱਕ ਟਾਈਮ ਆ ਗਿਆ, ਜੋ ਸਤਲੁਜ ਤੋਂ ਪਾਰ ਜਿਹੜੀਆਂ 3-4 ਮਿਸਲਾਂ ਵਾਲੇ ਸੀਗੇ, ਚਾਹੇ ਉਹ ਪਟਿਆਲਾ ਵਾਲੇ ਸੀਗੇ, ਜੀਂਦ ਵਾਲੇ ਸੀ, ਜਾਂ ਫਰੀਦਕੋਟ ਵਾਲੇ ਸੀਗੇ, ਇਹਨਾਂ ਸਾਰਿਆਂ ਨੇ ਇੱਕ ਸਕੀਮ ਬਣਾਈ ਕਿ ਜੋ ਮਹਾਰਾਜਾ ਰਣਜੀਤ ਸਿੰਘ ਜੋ ਜਿਸ ਹਿਸਾਬ ਦੇ ਨਾਲ ਜਿੱਤ ਰਿਹਾ ਹੈ, ਉਹਨੇ ਸਾਨੂੰ ਵੀ ਜਿੱਤ ਲੈਣਾ ਹੈ। ਸਤਲੁਜ ਪਾਰ ਕਰਕੇ ਉਹ ਦਿੱਲੀ ਤੱਕ ਵੀ ਪਹੁੰਚ ਸਕਦਾ ਹੈ, ਚਾਹੇ ਉਹ ਪਟਿਆਲਾ ਵਾਲੀ ਹੋਵੇ, ਚਾਹੇ ਜੀਂਦ ਵਾਲੀ, ਨਾਭਾ ਵਾਲੀ, ਜਾਂ ਫਰੀਦਕੋਟ ਵਾਲੀ ਮਿਸਲ ਹੋਵੇ। ਸਾਰੀ ਜਿਹੜੀਆਂ 4 ਰਿਆਸਤਾਂ ਸੀ ਸਤਲੁਜ ਤੋਂ ਪਾਰ, ਇਹਨਾਂ ਨੇ ਅੰਗਰੇਜ਼ਾਂ ਤੋਂ ਸ਼ੈਲਟਰ ਲੈ ਲਈ। ਅੰਗਰੇਜ਼ਾਂ ਨੂੰ ਕਿਹਾ ਜੀ ਤੁਸੀਂ ਸਾਡੇ ਰਾਖੇ ਬਣ ਜਾਓ ਤੇ ਅਸੀਂ ਤੁਹਾਨੂੰ ਅਗਰ ਲੋੜ ਪੈਂਦੀ ਤੇ ਫੌਜ ਦੇਵਾਂਗੇ, ਤੁਸੀਂ ਸਾਡੀ ਹੈਲਪ ਕਰੋ, ਅਸੀਂ ਤੁਹਾਡੀ ਹੈਲਪ ਕਰਦੇ ਹਾਂ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਨਾਲ 1805 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਅੰਗਰੇਜ਼ਾਂ ਦੇ ਨਾਲ ਸਮਝੌਤਾ ਹੋ ਗਿਆ ਕਿ ਸਤਲੁਜ ਦੇ ਇੱਕ ਪਾਸੇ ਲਾਹੌਰ ਵੱਲ ਦੇ ਪਾਸੇ ਮਹਾਰਾਜਾ ਰਣਜੀਤ ਸਿੰਘ ਤੇ ਪਟਿਆਲੇ ਦਿੱਲੀ ਵੱਲ ਦੇ ਪਾਸੇ ਅੰਗਰੇਜ਼ ਬੈਠੇ ਰਹਿਣਗੇ। ਇੱਕ ਦੂਜੇ ਦੇ ਉੱਪਰ ਕੋਈ ਵੀ ਹਮਲਾ ਨਹੀਂ ਕਰਨਗੇ। ਜਿੰਨਾ ਟਾਈਮ ਰਿਹਾ ਉਹ 30-35-40 ਸਾਲ ਦਾ, ਉਹ ਨਾ ਇਹਨਾਂ ਨੇ ਉਹਨਾਂ ਦੇ ਉੱਪਰ ਹਮਲਾ ਕੀਤਾ, ਨਾ ਉਹਨਾਂ ਨੇ ਇਹਨਾਂ ਦੇ ਉੱਪਰ ਹਮਲਾ ਕੀਤਾ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ। ਉਸ ਤੋਂ ਬਾਅਦ ਮਹਾਰਾਜਾ ਖੜਕ ਸਿੰਘ ਦੀ ਮੌਤ ਹੋ ਗਈ। ਮਹਾਰਾਜਾ ਸ਼ੇਰ ਸਿੰਘ ਦਾ ਕਤਲ ਸੰਧਾ ਵਾਲੀਆਂ ਨੇ ਕਰ ਦਿੱਤਾ। ਗੱਦੀ ਤੇ ਬਿਠਾ ਦਿੱਤਾ ਦਲੀਪ ਸਿੰਘ ਨੂੰ। ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਮੁੰਡਾ ਸੀ। ਰਾਣੀ ਜਿੰਦਾਂ ਨੂੰ ਪੈਦਾ ਹੋਇਆ ਸੀਗਾ। ਰਾਣੀ ਜਿੰਦਾਂ ਕੌਣ ਸੀ? ਰਾਣੀ ਜਿੰਦਾਂ ਦਾ ਜੋ ਪਿਤਾ ਸੀ, ਉਹ ਜੋ ਸ਼ਿਕਾਰੀ ਕੁੱਤਿਆਂ ਦਾ ਬਾੜਾ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ, ਉਹਦੇ ਵਿੱਚ ਕੰਮ ਕਰਦਾ ਸੀ। ਰਾਣੀ ਜਿੰਦਾਂ ਨੱਚਣ ਵਾਲੀ ਕੁੜੀ ਸੀਗੀ। ਇਹ ਜਦੋਂ ਛੋਟੀ ਹੁੰਦੀ ਸੀ, ਇਹ ਬਾਕੀ ਕੁੜੀਆਂ ਦੇ ਨਾਲ ਜੋ ਸ਼ਾਹੀ ਦਰਬਾਰ ਦੇ ਵਿੱਚ ਇਹ ਜੋ ਸਟੇਜ ਪ੍ਰੋਗਰਾਮ ਹੁੰਦਾ ਸੀ, ਉਹਦੇ ਉੱਪਰ ਇਹ ਸਟੇਜ ਪ੍ਰੋਗਰਾਮ ਕਰਦੀਆਂ ਹੁੰਦੀਆਂ ਸੀ ਕੁੜੀਆਂ। ਤੇ ਕਿਸੇ ਨਾ ਕਿਸੇ ਤਰ੍ਹਾਂ ਜਦੋਂ ਵੀ ਸ਼ਿਕਾਰ ਖੇਲਣ ਜਾਣਾ, ਜੋ ਇਤਿਹਾਸ ਦੱਸਦਾ ਕਿ ਜੋ ਮੰਨਾ ਸਿੰਘ ਸੀ, ਮੰਨਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਨਵਿੰਸ ਕੀਤਾ ਵੀ ਮੇਰੀ ਲੜਕੀ ਬਹੁਤ ਸੁੰਦਰ ਹੈ, ਤੁਸੀਂ ਉਹਦੇ ਨਾਲ ਵਿਆਹ ਕਰਾ ਲਓ। ਤੇ ਅਖੀਰ ਤੇ ਮਹਾਰਾਜਾ ਰਣਜੀਤ ਸਿੰਘ ਨੇ ਲਾਵਾਂ ਨਹੀਂ ਉਹਦੇ ਨਾਲ ਆਪ ਨਹੀਂ ਲਈਆਂ ਸੀਆਂ, ਉਹਨੇ ਇੱਕ ਆਪਣਾ ਤੀਰ ਤੇ ਇੱਕ ਕਿਰਪਾਨ ਭੇਜ ਦਿੱਤਾ ਤੇ ਜਿੰਦਾਂ ਦੀਆਂ ਲਾਵਾਂ ਹੋ ਗਈਆਂ ਤੇ ਉਹ ਸ਼ਾਹੀ ਮਹਿਲ ਦੇ ਵਿੱਚ ਆ ਗਈ। ਦਲੀਪ ਸਿੰਘ ਪੈਦਾ ਹੋ ਗਿਆ। ਜਿਸ ਦਿਨ ਮਹਾਰਾਜਾ ਸ਼ੇਰ ਸਿੰਘ ਤੇ ਉਹਦੇ ਪੁੱਤਰ ਕੁੰਵਰ ਟਿੱਕਾ ਪ੍ਰਤਾਪ ਸਿੰਘ ਦਾ ਕਤਲ ਕੀਤਾ ਸੰਧਾ ਵਾਲੀਆਂ ਨੇ, ਉਸੇ ਦਿਨ ਹੀ ਇਹਨਾਂ ਨੇ ਹੋਰ ਵੀ ਬਹੁਤ ਕਤਲ ਕੀਤੇ ਸੰਧਾ ਵਾਲੀਆਂ ਨੇ। ਜਦੋਂ ਇਹ ਲਾਹੌਰ ਦਰਬਾਰ ਦੇ ਵਿੱਚ ਜਾਂਦੇ ਨੇ ਇਹਨੂੰ ਰਾਜਾ ਧਿਆਨ ਸਿੰਘ ਮਿਲਿਆ, ਜਿਹਨੂੰ ਅਸੀਂ ਧਿਆਨ ਸਿੰਘ ਡੋਗਰਾ ਕਹਿੰਦੇ ਹਾਂ। ਵੈਸੇ ਤਾਂ ਡੋਗਰ ਏਰੀਆ ਦੇ ਵਿੱਚ ਜੰਮੂ ਦੇ ਵਿੱਚ ਰਹਿੰਦੇ, ਉਹਨਾਂ ਨੂੰ ਡੋਗਰਾ ਕਿਹਾ ਜਾਂਦਾ, ਪਰ ਉਹ ਧਿਆਨ ਸਿੰਘ ਇੱਕ ਰਾਜਪੂਤ ਸੀ, ਮਨਹਾਸ ਗੋਤ ਦਾ ਸੀ, ਜਿਹਨਾਂ ਨੂੰ ਜੰਬਾਲ ਵੀ ਕਹਿੰਦੇ ਆ। ਤੇ ਇਹਨਾਂ ਨੇ ਉਹਦਾ ਵੀ ਰਸਤੇ ਦੇ ਵਿੱਚ ਕਤਲ ਕਰ ਦਿੱਤਾ ਤੇ ਦਲੀਪ ਸਿੰਘ ਨੂੰ ਗੱਦੀ ਤੇ ਬਿਠਾ ਦਿੱਤਾ, ਲਾਹੌਰ ਦਰਬਾਰ ਦਾ ਰਾਜਾ ਬਣਾ ਦਿੱਤਾ। ਹੁਣ ਉਹਨੂੰ ਤਿਲਕ ਲਾਉਣਾ ਸੀ। ਤਿਲਕ ਕਿਹਦਾ ਲਾਇਆ? ਰਾਜਾ ਧਿਆਨ ਸਿੰਘ ਦੇ ਖੂਨ ਦਾ। ਅੱਗੇ ਹੁਣ ਜਿਹੜੀ ਕਮਾਂਡ ਸੀਗੀ, ਉਹ ਰਾਣੀ ਜਿੰਦਾਂ ਰੀਜੈਂਟ ਬਣ ਗਈ ਉਹਦੀ। ਜਿੰਦਾਂ ਨੇ ਆਪਣਾ ਭਰਾ ਮੰਤਰੀ ਬਣਾ ਲਿਆ। ਜਿਸ ਬੰਦੇ ਨੇ ਕਦੀ ਰਾਜ ਸੱਤਾ ਨਹੀਂ ਦੇਖੀ, ਉਹ ਅਗਰ ਮੰਤਰੀ ਬਣ ਵੀ ਜਾਂਦਾ ਤੇ ਉਹ ਕੀ ਕਰ ਲੇਗਾ? ਉਹ ਬਰਬਾਦੀ ਹੀ ਕਰੇਗਾ। ਉਸਨੇ ਮਹਾਰਾਜਾ ਰਣਜੀਤ ਸਿੰਘ ਦੇ 2 ਮੁੰਡੇ ਮਰਵਾ ਦਿੱਤੇ। ਖਾਲਸਾ ਫੌਜ ਨੂੰ ਜਦੋਂ ਪਤਾ ਲੱਗਾ
ਕਿ ਇਹਨੇ ਜੋ ਮਹਾਰਾਜਾ ਰਣਜੀਤ ਸਿੰਘ ਦੇ 2 ਪੁੱਤਰ ਸੀ, ਕੁੰਵਰ ਪਿਸ਼ੌਰਾ ਸਿੰਘ ਤੇ ਕੁੰਵਰ ਕਸ਼ਮੀਰਾ ਸਿੰਘ, ਉਹਨਾਂ ਨੂੰ ਇਹਨੇ ਮਰਵਾ ਦਿੱਤਾ। ਖਾਲਸਾ ਫੌਜ ਨੇ ਉਹਨੂੰ ਮੌਤ ਦੀ ਸਜ਼ਾ ਦੇ ਦਿੱਤੀ ਔਰ ਰਾਣੀ ਜਿੰਦਾਂ ਵੀ ਉਸ ਵੇਲੇ ਨੇੜੇ ਬੈਠੀ ਸੀ। ਜਦੋਂ ਖਾਲਸਾ ਫੌਜ ਦੀ ਪੰਚਾਇਤ ਨੇ ਇਹ ਸਜ਼ਾ ਦਿੱਤੀ, ਉਹਨੂੰ ਹਾਥੀ ਤੋਂ ਲਾ ਲਿਆ, ਉਹਦਾ ਕਤਲ ਕਰ ਦਿੱਤਾ। ਉਸੇ ਦਿਨ ਜਿੰਦਾਂ ਨੇ ਇੱਕ ਪ੍ਰਣ ਕੀਤਾ, ਸਾਰਿਆਂ ਨੂੰ ਕਿਹਾ ਇਸ ਦਾ ਬਦਲਾ ਲਿਆ ਜਾਓ। ਹੁਣ ਜਿੰਦਾਂ ਨੇ ਕੀ ਕਰਨਾ ਸੀ? ਆਪ ਕੁਝ ਨਹੀਂ ਕਰ ਸਕਦੀ ਸੀ, ਉਹਨੇ ਜਿਹੜੇ ਦਰਬਾਰੀ ਸੀਗੇ ਆਪਣੇ ਨਾਲ ਰਲਾ ਲਏ। ਮੇਰਠ ਦੇ 2 ਬ੍ਰਾਹਮਣ ਸੀਗੇ ਜਿਨ੍ਹਾਂ ਦਾ ਬਾਪ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਕੰਮ ਕਰਦਾ ਸੀ, ਮਿਸਰ ਜਿਹਨੂੰ ਕਹਿੰਦੇ ਸੀਗੇ, ਤੇ ਉਹਦੇ ਮੁੰਡੇ ਸੀਗੇ ਲਾਲ ਸਿੰਘ ਤੇ ਤੇਜਾ ਸਿੰਘ। ਲਾਲ ਸਿੰਘ ਤੇ ਤੇਜਾ ਸਿੰਘ ਨੂੰ ਜਿੰਦਾਂ ਨੇ ਆਪਣੇ ਨਾਲ ਮਿਲਾ ਲਿਆ ਤੇ ਹੁਣ ਉਹਨੇ ਫੌਜ ਖਤਮ ਕਰਨੀ ਸੀ, ਕਿਉਂਕਿ ਸਿੱਖ ਫੌਜ ਜਿਹੜੀ ਸੀਗੀ ਉਹਨਾਂ ਭਰਾ ਮਾਰਿਆ ਸੀਗਾ। ਹੁਣ ਜਿੰਦਾਂ ਨੇ ਉਹਦਾ ਬਦਲਾ ਲੈਣਾ ਸੀ, ਜੋ ਅੰਗਰੇਜ਼ਾਂ ਦੇ ਨਾਲ 1805 ਦੇ ਵਿੱਚ ਸੰਧੀ ਕੀਤੀ ਸੀ ਕਿ ਖਾਲਸਾ ਫੌਜ ਸਤਲੁਜ ਪਾਰ ਨਹੀਂ ਕਰੇਗੀ। ਬ੍ਰਿਟਿਸ਼ ਰਾਜ ਦੀ ਜਿਹੜੀ ਅੰਗਰੇਜ਼ ਫੌਜ ਸੀ ਉਹ ਵੀ ਸਤਲੁਜ ਪਾਰ ਨਹੀਂ ਕਰੇਗੀ। ਸਭ ਤੋਂ ਪਹਿਲਾਂ 18 ਦਸੰਬਰ 1845 ਨੂੰ ਇਹ ਸੰਧੀ ਤੋੜੀ ਉਸਨੇ। ਥੋੜੀ ਜਿਹੀ ਫੌਜ ਦੀ ਟੁਕੜੀ ਸਤਲੁਜ ਪਾਰ ਭੇਜੀ, ਅੰਗਰੇਜ਼ਾਂ ਦੀ ਫੌਜ ਦੇ ਉੱਪਰ ਹਮਲਾ ਕੀਤਾ। ਮੁਦਕੀ ਸ਼ਹਿਰ ਜੋ ਆ, ਮੁਦਕੀ ਛੋਟਾ ਜਿਹਾ ਕਸਬਾ ਹੈ, ਜੋ ਪਹਿਲੀ ਜੰਗ ਸੀ ਸਿੱਖਾਂ ਦੀ, ਉਹ ਮੁਦਕੀ ਦੀ ਲੜਾਈ ਵਿੱਚ 18 ਦਸੰਬਰ 1845 ਨੂੰ ਹਾਰੀ ਗਈ। ਹਾਰ ਕੇ ਇਹ ਵਾਪਸ ਆ ਗਏ। ਉਸ ਤੋਂ 4 ਦਿਨਾਂ ਬਾਅਦ 22 ਦਸੰਬਰ 1845 ਨੂੰ ਫਿਰ ਫੌਜ ਭੇਜੀ ਗਈ। ਸਾਰੀ ਫੌਜ ਨਹੀਂ ਭੇਜੀ ਗਈ, ਇਸ ਵਾਰ ਵੀ ਇੱਕ ਫੌਜ ਦੀ ਟੁਕੜੀ ਭੇਜੀ ਗਈ। ਫਿਰੋਜ਼ ਸ਼ਾਹ ਜੋ ਸਤਲੁਜ ਤੋਂ ਪਾਰ ਸੀ, ਅੰਗਰੇਜ਼ਾਂ ਦੇ ਏਰੀਏ ਦੇ ਵਿੱਚ ਇਹ ਫਿਰੋਜ਼ ਸ਼ਾਹ ਆਉਂਦਾ ਸੀਗਾ। ਫਿਰ ਅੰਗਰੇਜ਼ਾਂ ਦੇ ਉੱਪਰ ਦੂਸਰੀ ਵਾਰ ਹਮਲਾ ਕੀਤਾ ਗਿਆ। ਉਸੇ ਦਿਨ ਫਿਰ ਇਹ ਫੌਜ ਹਾਰੀ ਤੇ ਬਹੁਤ ਸਾਰੀ ਵੱਢ ਟੱਕ ਹੋਈ, ਬਹੁਤ ਸਾਰੇ ਨੁਕਸਾਨ ਹੋਇਆ, ਫੌਜ ਵਾਪਸ ਆ ਗਈ। ਉਹ ਤੋਂ ਬਾਅਦ ਫਿਰ ਮਹੀਨਾ ਕੁ ਬੀਤ ਗਿਆ, ਇਹਨੇ ਸ਼ਾਂਤੀ ਰੱਖੀ। 28 ਜਨਵਰੀ 1946 ਫਿਰ ਫੌਜ ਭੇਜੀ। ਤੀਜੀ ਲੜਾਈ ਜਿਹੜੀ ਹੈਗੀ ਉਹ ਖਾਲਸਾ ਫੌਜ ਨੂੰ ਹਾਰ ਹੋਈ। ਹਾਰ ਹੋਣੀ ਹੀ ਸੀ, ਕਿਉਂਕਿ ਸਾਰੀ ਫੌਜ ਇੱਕ ਵਾਰ ਨਹੀਂ ਭੇਜੀ ਗਈ। ਮੇਨ ਮੰਤਵ ਸੀ ਉਹ ਫੌਜ ਨੂੰ ਮਰਵਾਉਣਾ ਸੀ, ਜਿੱਤਣਾ ਨਹੀਂ ਸੀਗਾ। ਤੇ ਉਹ ਸਤਲੁਜ ਪਾਰ ਫੌਜ ਭੇਜੀ ਤੇ ਅੱਗੇ ਉਹਨੇ ਵੀ ਹਮਲਾ ਕੀਤਾ। ਹੁਣ ਦੁਸ਼ਮਣ ਦੇ ਏਰੀਏ ਦੇ ਵਿੱਚ ਜਾਓਗੇ, ਹੁਣ ਤੁਹਾਨੂੰ ਲੱਡੂ ਥੋੜੋ ਖਿਲਾਏਗਾ, ਉਹ ਮਾਰੇਗਾ ਹੀ ਤੁਹਾਨੂੰ। ਤੇ ਤੀਜੀ ਵਾਰ ਫਿਰ ਫੌਜ ਹਾਰੀ। ਫੌਜ ਹਾਰ ਕੇ ਫਿਰ ਵਾਪਸ ਆ ਗਈ ਜਿਹੜੀ ਬਚੀ ਹੋਈ ਸੀਗੀ। ਜਿਹੜੀ ਫਿਰ ਚੌਥੀ ਲੜਾਈ ਸੀ ਉਹ ਜਿਹੜੀ ਸੀਗੀ ਇੱਕ ਇਤਿਹਾਸ ਰਚ ਗਈ। 18 ਫਰਵਰੀ 1846 ਇਹਨੂੰ ਅਸੀਂ ਕਹਿੰਦੇ ਹੈਗੇ ਸਭਰਾਵਾਂ ਦੀ ਜੰਗ। ਜਿਹੜੀ ਸਭਰਾਵਾਂ ਦੀ ਜੰਗ ਸੀਗੀ, ਇਹਦੇ ਲਈ ਹੀ ਸ਼ਾਹ ਮੁਹੰਮਦ ਨੇ ਲਿਖਿਆ। ਸ਼ਾਹ ਮੁਹੰਮਦ ਦਾ ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਸਰਕਾਰ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਜਾਂਦਾ ਸੀ। ਤੇ ਜਿਹੜੀ ਸਭਰਾਵਾਂ ਦੀ ਲੜਾਈ ਸੀ, ਇਹਦੇ ਵਿੱਚ ਰਾਣੀ ਜਿੰਦਾਂ ਦੇ ਚਾਹਵਾਨ ਤੇਜਾ ਸਿੰਘ ਤੇ ਲਾਲ ਸਿੰਘ 2 ਗੌੜ ਬ੍ਰਾਹਮਣ ਭਰਾ ਸੀਗੇ। ਇਹਨਾਂ ਨੇ ਜੋ ਅੱਧੀ ਫੌਜ ਸੀਗੀ ਉਹ ਦੂਰ ਰੱਖੀ। ਜਿਹੜੀ ਸ਼ਾਮ ਸਿੰਘ ਅਟਾਰੀ ਵਾਲੀ ਫੌਜ ਸੀ, ਇਹ ਅੰਗਰੇਜ਼ਾਂ ਦੇ ਨਾਲ ਲੜਨ ਨੂੰ ਲਾਈ। ਇੱਕ ਮੈਂ ਇੱਥੇ ਗੱਲ ਹੋਰ ਵੀ ਦੱਸਣੀ ਚਾਹੁੰਦਾ ਹਾਂ ਕਿ ਖਾਲਸਾ ਫੌਜ ਏਡੀ ਵੱਡੀ ਸੀ। ਪਹਿਲਾਂ ਜਦੋਂ ਜਿੰਦਾਂ ਦੇ ਟਾਈਮ ਤੇ ਦਲੀਪ ਸਿੰਘ ਨੂੰ ਗੱਦੀ ਤੇ ਬਿਠਾਇਆ ਗਿਆ, ਜਿੰਨੇ ਬਾਹਰ ਵਾਲੇ ਕਮਾਂਡਰ ਸੀ ਉਹ ਇੱਕ ਤਾਂ ਮਰ ਗਿਆ ਸੀਗਾ, ਬਾਕੀ ਉਹ ਸਾਰੇ ਛੱਡ ਕੇ ਚਲੇ ਗਏ। ਜਿੰਨੇ ਵੀ ਸਿੱਖ ਬੜੇ ਜਰਨੈਲ ਸੀਗੇ ਉਹ ਵੀ ਸਾਰੇ ਛੱਡ ਕੇ ਚਲੇ ਗਏ ਕਿ ਹੁਣ ਖਾਲਸਾ ਦਰਬਾਰ ਦੇ ਵਿੱਚ ਜਰਨੈਲਾਂ ਦੀ ਇੱਜ਼ਤ ਨਹੀਂ ਰਹਿ ਗਈ, ਕਿਉਂਕਿ ਤੇਜਾ ਸਿੰਘ ਤੇ ਲਾਲ ਸਿੰਘ ਇਹਨਾਂ ਦੋਹਾਂ ਦੀ ਜ਼ਿਆਦਾ ਕਮਾਂਡ ਚੱਲਦੀ ਸੀ। ਪਹਿਲਾਂ ਜਦੋਂ ਜਵਾਹਰ ਸਿੰਘ ਜਿੰਦਾਂ ਦਾ ਭਰਾ ਮੰਤਰੀ ਸੀਗਾ, ਉਹਦੀ ਚੱਲਦੀ ਸੀ, ਜੋ ਉਹ ਕਹਿੰਦਾ ਸੀ ਉਹ ਹੁੰਦਾ ਸੀਗਾ। ਤੇ ਹੁਣ ਤੇਜਾ ਸਿੰਘ ਤੇ ਲਾਲ ਸਿੰਘ ਦੀ ਕਮਾਂਡ ਆ ਗਈ ਤੇ ਹੁਣ ਤੇ ਫਿਰ ਜੋ ਉਹਨੀ ਬਰਬਾਦੀ ਚਾਹਣੀ ਉਹ ਹੀ ਹੋਣੀ ਆ। ਤੇ ਖਾਲਸਾ ਫੌਜ ਜਿਹੜੀ ਹੈਗੀ ਬੁਰੀ ਤਰ੍ਹਾਂ ਹਾਰ ਗਈ। ਕੁਝ ਕਵੈਲਰੀ ਤੇਜ ਸਿੰਘ ਲਾਲ ਸਿੰਘ ਨੇ ਆਪਣੇ ਅੰਡਰ ਰੱਖੀ ਹੋਈ ਸੀ। ਇਹਨਾਂ ਨੇ ਉਹ ਫੌਜ ਨੂੰ ਲੜਾਈ ਦੇ ਵਿੱਚ ਸ਼ਾਮਲ ਨਹੀਂ ਕੀਤਾ। ਜਦੋਂ ਖਾਲਸਾ ਫੌਜ ਭੱਜਣੀ ਸ਼ੁਰੂ ਹੋ ਗਈ ਤੇ ਸਤਲੁਜ ਦਰਿਆ ਦੇ ਉੱਪਰ ਇੱਕ ਪੁਲ ਸੀ, ਇਹਨਾਂ ਨੇ ਉਹ ਪੁਲ ਵੀ ਕੱਟ ਦਿੱਤਾ। ਅੱਧੀ ਫੌਜ ਜਿਹੜੀ ਹੈਗੀ ਆ ਉਹ ਭੱਜਦੀ ਸਤਲੁਜ ਦਰਿਆ ਦੇ ਵਿੱਚ ਵੀ ਡਿੱਗੀ। ਤੇ ਬਹੁਤ ਸਾਰੇ ਜਿਹੜੇ ਸੂਰਬੀਰ ਸੀ ਉਹਨਾਂ ਨੇ ਮੌਤ ਨੂੰ ਗਲ ਲਾਇਆ, ਚਾਹੇ ਜਿੱਤਾਂਗੇ ਹਾਰਾਂਗੇ, ਅਗਰ ਹਾਰ ਵੀ ਗਏ ਤਾਂ ਜਿੰਦੇ ਵਾਪਸ ਨਹੀਂ ਜਾਵਾਂਗੇ। ਜਿਨ੍ਹਾਂ ਦੇ ਵਿੱਚ ਇੱਕ ਸਿੱਖ ਕੌਮ ਦਾ ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ ਵੀ ਸੀ। ਇਹ 4 ਲੜਾਈਆਂ ਸਨ ਜਿਹੜੀਆਂ ਅੱਜ ਤੱਕ ਸਿੱਖਾਂ ਨੇ ਹਾਰੀਆਂ। ਨਹੀਂ ਤਾਂ ਕਦੀ ਵੀ ਸਿੱਖਾਂ ਨੇ ਕੋਈ ਲੜਾਈ ਨਹੀਂ ਹਾਰੀ, ਚਾਹੇ ਪਹਿਲਾਂ ਚਾਹੇ ਬਾਅਦ ਦੇ ਵਿੱਚ। ਉਲਟੀ ਬਾੜ ਖੇਤ ਕੋ ਖਾਏ। ਜਦੋਂ ਇੱਕ ਰਾਣੀ ਨੇ ਇਹ ਸੋਚ ਲਿਆ ਕਿ ਮੈਂ ਤਾਂ ਆਪਣੀ ਫੌਜ ਖਤਮ ਕਰਵਾਉਣੀ ਆ, ਕਿਉਂਕਿ ਉਹਨੇ ਅੰਗਰੇਜ਼ਾਂ ਨੂੰ ਇੱਕ ਚਿੱਠੀ ਵੀ ਲਿਖੀ ਸੀ ਜੋ ਸ਼ਾਹ ਮੁਹੰਮਦ ਲਿਖਿਆ ਤੁਰਤ ਪੈਗਾਮ ਰਾਣੀ ਜਿੰਦ ਕੌਰਾਂ, ਕੋਈ ਤੁਸਾਂ ਨੇ ਦੇਰ ਨਾ ਲਾਵਣੀ ਜੀ, ਰਹਿੰਦੀ ਫੌਜ ਦਾ ਕਰੋ ਇਲਾਜ ਕੋਈ, ਕਾਬੂ ਤੁਸਾਂ ਬਗੈਰ ਨਾ ਆਵਣੀ ਜੀ, ਮੇਰੀ ਜਾਨ ਦੇ ਅਬ ਹੋ ਤੁਸੀਂ ਰਾਖੇ, ਪਾਓ ਵਿੱਚ ਲਾਹੌਰ ਦੇ ਛਾਵਣੀ ਜੀ, ਸ਼ਾਹ ਮੁਹੰਮਦ ਦਾ ਅੱਜ ਮੈਂ ਲਿਆ ਬਦਲਾ, ਅੱਗੇ ਹੋਰ ਕੀ ਰੱਬ ਨੂੰ ਭਾਵਣੀ ਜੀ। ਇਹ ਸ਼ਾਹ ਮੁਹੰਮਦ ਦੀਆਂ ਲਾਈਨਾਂ ਹੈਗੀਆਂ। ਅਸੀਂ ਹਮੇਸ਼ਾ ਇਹੀ ਲਿਖ ਦਿੰਦੇ ਆ ਜਾਂ ਇਹੀ ਸੁਣਦੇ ਆ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਵਜੋਂ ਫੌਜਾਂ ਜਿੱਤ ਕੇ ਹੰਤ ਨੂੰ ਹਾਰੀਆਂ ਨੇ, ਪਰ ਅਸੀਂ ਸਿੱਕੇ ਦਾ ਦੂਜਾ ਪਹਿਲੂ ਨਹੀਂ ਦੇਖਦੇ ਕਿ ਇਹ ਫੌਜਾਂ ਸਾਡੀਆਂ ਹਾਰੀਆਂ ਕਿਉਂ। ਇੱਕ ਜਿੰਦਾ ਨੇ ਆਪਣੇ ਭਰਾ ਦਾ ਬਦਲਾ ਲੈਣ ਦੀ ਖਾਤਰ ਖਾਲਸਾ ਫੌਜ ਖਤਮ ਕਰ ਦਿੱਤੀ। ਅੱਜ ਤੱਕ ਪੰਜਾਬ ਆਪਣੇ ਪੈਰਾਂ ਤੇ ਨਹੀਂ ਆਇਆ, ਸਿੱਖ ਆਪਣੇ ਪੈਰਾਂ ਤੇ ਨਹੀਂ ਆਏ। ਉਸ ਟਾਈਮ ਤੋਂ ਬਾਅਦ ਜੋ ਵੀ ਕੋਈ ਕੋਸ਼ਿਸ਼ ਹੋਈ ਆ ਪੰਜਾਬ ਨੂੰ ਆਜ਼ਾਦ ਕਰਵਾਉਣ ਦੀ ਜਾਂ ਕੋਈ ਹੋਰ ਕੋਸ਼ਿਸ਼ ਹੋਈ
ਹੋਈ ਆ ਪੰਜਾਬ ਨੂੰ ਇੰਡੀਪੈਂਡੈਂਟ ਕਰਵਾਉਣ ਦੀ, ਉਹ ਕਾਮਯਾਬ ਨਹੀਂ ਹੋਈ। ਕਿਉਂਕਿ ਜਿਸ ਤਰ੍ਹਾਂ ਜਿੰਦਾਂ ਦੇ ਟਾਈਮ ਤੇ ਗਦਾਰ ਸੀ, ਜਿਵੇਂ ਜਿੰਦਾਂ ਨੇ ਗਦਾਰੀ ਕੀਤੀ, ਉਸੇ ਹੀ ਤਰ੍ਹਾਂ ਬਾਕੀ ਟਾਈਮਾਂ ਤੇ ਵੀ ਗਦਾਰੀਆਂ ਹੁੰਦੀਆਂ ਰਹੀਆਂ। ਤੇ ਇਸ ਕਰਕੇ ਅੱਜ ਵੀ ਲੋਕ ਕਹਿੰਦੇ ਆ ਕਿ ਸਿੱਖਾਂ ਦਾ ਕੋਈ ਬਾਲੀ ਵਾਰਸ ਨਹੀਂ ਆ। ਬਾਲੀ ਵਾਰਸ ਇਸ ਕਰਕੇ ਨਹੀਂ ਆ ਕਿਉਂਕਿ ਸਿੱਖਾਂ ਨੂੰ ਮਾਰਦੇ ਹੀ ਸਿੱਖ ਹੈ, ਚਾਹੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਤੋਂ ਬਾਅਦ ਦੇ ਵਿੱਚ ਹੋਣ, ਚਾਹੇ ਉਹ 1978 ਤੋਂ 1995 ਹੋਣ, ਚਾਹੇ ਉਹ 1857 ਦਾ ਗਦਰ ਹੋਵੇ। ਕਿਉਂਕਿ 1857 ਦਾ ਗਦਰ ਵੀ ਜਿਹੜਾ ਸੀਗਾ ਉਹਦੇ ਵਿੱਚ ਸਿੱਖਾਂ ਨੇ, ਚਾਹੇ ਉਹ ਲਾਹੌਰ ਦੇ ਸਿੱਖ ਹੋਣ, ਚਾਹੇ ਉਹ ਪਟਿਆਲੇ ਦੇ ਸਿੱਖ ਹੋਣ, ਇਹਨਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਸੀਗਾ। ਕਿਉਂਕਿ ਇਹਨਾਂ ਨੇ ਜੋ ਸਭਰਾਵਾਂ ਦੀ ਜੰਗ ਸੀ ਉਹਦਾ ਬਦਲਾ ਲੈਣਾ ਸੀਗਾ ਸਤਲੁਜ ਪਾਰ ਵਾਲਿਆਂ ਤੋਂ, ਦਿੱਲੀ ਪਾਰ ਵਾਲਿਆਂ ਤੋਂ, ਕਿਉਂਕਿ ਉਹਨਾਂ ਨੇ ਸਿੱਖਾਂ ਨੂੰ ਹਰਾਇਆ ਸੀਗਾ। ਜਦੋਂ ਉਹਨਾਂ ਨੇ ਜੋ ਅੰਗਰੇਜ਼ ਸਰਕਾਰ ਦੇ ਵਿਰੁੱਧ 1857 ਦਾ ਗਦਰ ਸ਼ੁਰੂ ਕੀਤਾ ਤਾਂ ਫਿਰ ਅੰਗਰੇਜ਼ਾਂ ਨੇ ਸਿੱਖਾਂ ਨੂੰ ਵਰਤ ਲਿਆ, ਸਿੱਖਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਤੇ ਉਹ 1857 ਵਾਲਾ ਗਦਰ ਸੀ ਉਹ ਖਤਮ ਹੋ ਗਿਆ। ਤੇ ਇਹੀ 4 ਲੜਾਈਆਂ ਸੀਗੀਆਂ ਜਿਹੜੀਆਂ ਅੱਜ ਤੱਕ ਸਿੱਖਾਂ ਨੇ ਹਾਰੀਆਂ। ਨਹੀਂ ਤਾਂ ਸਿੱਖ ਖਾਲਸਾ ਇੱਕ ਇਹੋ ਜਿਹੀ ਫੌਜ ਹੈ, ਉਹ ਮਰ ਤਾਂ ਜਾਣਗੇ ਪਰ ਉਹ ਕਦੀ ਹਾਰ ਨਹੀਂ ਮੰਨਦੇ, ਉਹ ਕਦੀ ਯੁੱਧ ਦੇ ਮੈਦਾਨ ਦੇ ਵਿੱਚੋਂ ਦੌੜਦੇ ਨਹੀਂ। ਪਰ ਇਹ 4 ਲੜਾਈਆਂ ਦੇ ਵਿੱਚ ਸਿੱਖ ਦੌੜੇ ਆ। ਜੋ ਮੁਸਲਮਾਨ ਵੀ ਬਹੁਤ ਸਾਰੇ ਸੀਗੇ ਜੋ ਲੜਾਈ ਦਾ ਮੈਦਾਨ ਛੱਡ ਕੇ ਭੱਜੇ ਆ। ਕਈ ਸੂਰਮੇ ਸੀ ਜਿਨ੍ਹਾਂ ਨੇ ਲੜਾਈ ਦੇ ਵਿੱਚ ਮਰਨਾ ਠੀਕ ਸਮਝਿਆ, ਪਰ ਲੜਾਈ ਦਾ ਮੈਦਾਨ ਛੱਡ ਕੇ ਭੱਜਣਾ ਉਹਨਾਂ ਦਾ ਜ਼ਮੀਰ ਉਹਨਾਂ ਨੂੰ ਇਹ ਇਜਾਜ਼ਤ ਨਹੀਂ ਦਿੰਦਾ ਸੀਗਾ ਕਿ ਅਗਰ ਲੜਾਈ ਦੇ ਮੈਦਾਨ ਵਿੱਚ ਆਏ ਹਾਂ, ਅਗਰ ਹਾਰ ਹੁੰਦੀ ਦਿਖਦੀ ਆ ਤਾਂ ਮੈਦਾਨ ਨੂੰ ਛੱਡ ਕੇ ਭੱਜ ਜਾਓ। ਉਹ ਲੜ ਕੇ ਮਰੇ। ਕੋਈ ਵੀ ਲੜਾਈ ਦੀ ਹਾਰ ਹੁੰਦੀ ਆ ਤੇ ਉਹ ਸਿਰਫ ਗੱਦਾਰੀਆਂ ਕਾਰਨ ਹੁੰਦੀ ਆ। ਖਾਲਸੇ ਨੇ ਜੋ 4 ਲੜਾਈਆਂ ਹਾਰੀਆਂ ਉਹਨਾਂ ਵਿੱਚ ਵੀ ਕਾਰਨ ਜੋ ਮੇਨ ਸੀ ਉਹ ਗੱਦਾਰੀ ਦਾ ਹੀ ਸੀ। ਅਗਰ ਮਹਾਰਾਜਾ ਸ਼ੇਰ ਸਿੰਘ ਦਾ ਕਤਲ ਨਾ ਹੁੰਦਾ ਤੇ ਅੱਜ ਪੰਜਾਬ ਦਾ ਜੋ ਇਤਿਹਾਸ ਉਹ ਹੋਰ ਹੁੰਦਾ। ਅਗਰ ਸੰਧਾ ਵਾਲੀ ਗੱਦਾਰੀ ਨਾ ਕਰਦੇ ਅੱਜ ਪੰਜਾਬ ਦਾ ਇਤਿਹਾਸ ਹੋਰ ਹੁੰਦਾ। ਅੱਜ ਦਾ ਇਹ ਇਤਿਹਾਸ ਸੀ ਕਿ ਸਿੱਖਾਂ ਨੇ, ਖਾਲਸੇ ਨੇ ਅੱਜ ਤਾਈਂ 4 ਲੜਾਈਆਂ ਹਾਰੀਆਂ। ਉਹ ਕਿਹੜੀਆਂ-ਕਿਹੜੀਆਂ ਸਨ? ਸਾਰੇ ਸੁਣਨ ਵਾਲਿਆਂ ਨੂੰ ਸਤਿੰਦਰ ਸਿੰਘ ਪ੍ਰਹਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।